ਸਤਿ ਸ੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੈਸਿੰਗ ਆਡੀਓ ਟੀਮ ਤੋਂ ਹਾਂ। ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਕਰਮ ਚੱਕਰ ਸਿਧਾਂਤ ਕਿਆ ਹੈ ਦੇ ਬਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਾ ਦੱਸਦੇ ਨੇ, ਕਰਮ ਸਿਧਾਂਤ ਨੂੰ ਸਮਝਣ ਲਈ ਜ਼ਰੂਰੀ ਹੈ ਗਿਆਨ, ਪਰ ਕੇਵਲ ਚਤੁਰਾਈ ਨਾਲ ਸਹੀ ਤਰ੍ਹਾਂ ਨਹੀਂ ਸਮਝ ਪਾਵੋਗੇ। ਤੁਹਾਨੂੰ ਗਲਤੀਆਂ ਹੀ ਨਜ਼ਰ ਆਵਣਗੀਆਂ। ਕਰਮ ਸਿਧਾਂਤ ਵਿੱਚ ਜਰਾ ਵੀ ਗਲਤੀ ਨਹੀਂ, ਪਰ ਚਤੁਰਾਈ ਨੂੰ ਗਿਆਨ ਦੇ ਨਾਲ ਜੋੜ ਕੇ ਦੇਖੋਗੇ ਤਾਂ ਹੀ ਸੱਚੇ ਮਤਲਬ ਨੂੰ ਸਮਝ ਪਾਵੋਗੇ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਨਵੇਂ ਕਰਮਾਂ ਨੂੰ ਜਮ੍ਹਾਂ ਨਾ ਕਰਦੇ ਹੋਏ ਕਰਮ ਰਿਣ ਨੂੰ ਕਿਸ ਤਰ੍ਹਾਂ ਘਟਾ ਸਕਦੇ ਹਾਂ। ਇਸ ਪ੍ਰਿਥਵੀ ਲੋਕ 'ਤੇ ਰਹਿਣ ਵਾਲੇ ਹਰੇਕ ਵਿਅਕਤੀ ਨੇ ਕਈ ਸੈਂਕੜੋ ਹਜ਼ਾਰੋਂ ਜਨਮ ਲਿੱਤੇ ਹਨ, ਪਰ ਫਿਰ ਵੀ ਅਨੇਕ ਲੋਕ ਲਗਾਤਾਰ ਜਨਮ ਲੈਂਦੇ ਰਹਿੰਦੇ ਹਨ। ਇਹੋ ਇਸ ਦਾ ਕਾਰਨ ਹੈਗਾ ਕਿ ਅਸੀਂ ਸਾਡੇ ਕਰਮ ਰਿਣ ਨੂੰ ਚੁਕਤਾ ਨਹੀਂ ਕਰ ਰਹੇ। ਸ਼ੁਰੂ ਦੇ ਜਨਮਾਂ ਵਿੱਚ ਆਤਮਾ 2 ਜਾਂ 3 ਕਰਮ ਰਿਣ ਨੂੰ ਚੁਕਤਾ ਕਰਨ ਦਾ ਫੈਸਲਾ ਲੈਂਦੀ ਹੈ। ਕੋਈ ਵੀ ਆਤਮਾ ਇੱਕ ਜਨਮ ਵਿੱਚ ਹੀ ਸਾਰੀ ਪ੍ਰੀਖਿਆਵਾਂ ਨੂੰ ਪਾਰ ਕਰਨ ਲਈ ਤਿਆਰ ਨਹੀਂ ਹੁੰਦੀ। ਨਾਲੇ ਕਿਸੇ ਵੀ ਆਤਮਾ ਨੂੰ ਇੱਕ ਜਨਮ ਵਿੱਚ ਸਾਰੇ ਕਰਮ ਰਿਣ ਨੂੰ ਚੁਕਤਾ ਕਰਨ ਦਾ ਮੌਕਾ ਨਹੀਂ ਮਿਲਦਾ। ਜਦ ਤੱਕ ਧਰਤੀ 'ਤੇ ਉਹ ਆਤਮਾ ਜ਼ਿਆਦਾ ਤੋਂ ਜ਼ਿਆਦਾ ਗਿਆਨ ਹਾਸਲ ਨਹੀਂ ਕਰਦੀ, ਉਹ ਸਾਰੀ ਪ੍ਰੀਖਿਆਵਾਂ ਦਾ ਸਾਹਮਣਾ ਕਰਨ ਦਾ ਸਾਹਸ ਨਹੀਂ ਜੁਟਾ ਪਾਉਂਦੀ। ਇਸ ਲਈ ਜੀਵਨ ਕਿਆ ਹੈ ਉਹਨੂੰ ਸਮਝਣ ਲਈ ਗਿਆਨ ਹੋਣਾ ਜ਼ਰੂਰੀ ਹੈ। ਮ੍ਰਿਤੂ ਦੇ ਬਾਅਦ ਸਾਡੇ ਵਾਸਤੇ ਕੀ ਹੈਗਾ, ਸੂਖਸ਼ਮ ਲੋਕ ਵਿੱਚ ਸਮੇਂ ਦਾ ਸਦਉਪਯੋਗ ਕਿਸ ਤਰ੍ਹਾਂ ਕਰੀਏ, ਗਿਆਨ ਕਿਆ ਹੈਗਾ, ਉਹਨੂੰ ਕਿਸ ਤਰ੍ਹਾਂ ਇਕੱਠਾ ਕਰਨਾ ਚਾਹੀਦਾ ਹੈ, ਪ੍ਰਿਥਵੀ 'ਤੇ ਉੱਤੇ ਹੀ ਪੂਰਨਾਤਮਾ ਤੋਂ ਕਿਸ ਤਰ੍ਹਾਂ ਮਿਲੀਏ। ਇਸ ਤਰ੍ਹਾਂ ਪ੍ਰਿਥਵੀ ਲੋਕ ਵਿੱਚ ਬਹੁਤ ਕੁਝ ਸਿੱਖਣਾ ਸਮਝਣਾ ਹੈਗਾ। ਤੁਹਾਡਾ ਪ੍ਰਸ਼ਨ ਇਹ ਹੋ ਸਕਦਾ ਹੈ ਕਿ ਪ੍ਰਿਥਵੀ 'ਤੇ ਕਿਉਂ ਅਸੀਂ ਇਹ ਸਭ ਸਿੱਖੀਏ, ਸੂਖਸ਼ਮ ਲੋਕ ਵਿੱਚ ਜਾ ਕੇ ਵੀ ਆਪੇ ਮਾਲੂਮ ਹੋ ਜਾਏਗਾ। ਕਿਉਂ ਕਰਾਂ ਮੈਂ ਇੰਨੀ ਮਸ਼ੱਕਤ, ਕਿਉਂ ਸਿੱਖਣਾ ਹੈ ਸਭ ਕੁਝ ਪ੍ਰਿਥਵੀ 'ਤੇ ਹੀ। ਦੋਸਤੋ, ਜਦ ਤੱਕ ਤੁਸੀਂ ਇਹ ਸਾਰੇ ਵਿਸ਼ੇ ਪ੍ਰਿਥਵੀ 'ਤੇ ਸਿੱਖੋਗੇ ਨਹੀਂ, ਤੁਹਾਨੂੰ ਸੂਖਸ਼ਮ ਲੋਕ ਦੇ ਬਾਰੇ ਵਿੱਚ ਗਿਆਨ ਨਹੀਂ ਮਿਲੇਗਾ। ਸੂਖਸ਼ਮ ਲੋਕਾਂ ਦਾ ਜ਼ਿਆਦਾਤਰ ਹਿੱਸਾ ਸਵੱਛੰਦ ਖੇਤਰ ਵਿੱਚ ਹੀ ਆਉਂਦਾ ਹੈ। ਇਸ ਲਈ ਸਹੀ ਗਿਆਨ ਦੇ ਬਿਨਾਂ ਸੂਖਸ਼ਮ ਲੋਕ ਵਿੱਚ ਪਹੁੰਚ ਕਰ ਵੀ ਤੁਸੀਂ ਜਿਸ ਤਰ੍ਹਾਂ ਪ੍ਰਿਥਵੀ ਲੋਕ ਵਿੱਚ ਸੀ ਉਸ ਤਰ੍ਹਾਂ ਹੀ ਸੁੱਖਾਂ ਨੂੰ ਭੋਗਦੇ ਰਹੋਗੇ ਅਤੇ ਇੱਛਾਵਾਂ ਦੀ ਪੂਰਤੀ ਕਰਦੇ ਰਹੋਗੇ। ਆਪਣੀ ਆਤਮਾ ਦੀ ਉੱਨਤੀ ਕੀਤੀ ਜਾ ਸਕਦੀ ਹੈ, ਇਸ ਨੂੰ ਮਹੱਤਤਾ ਨਹੀਂ ਦੇਵੋਗੇ। ਇਸ ਲਈ ਪ੍ਰਿਥਵੀ ਲੋਕ ਵਿੱਚ ਹੀ ਗਿਆਨ ਦੀ ਖੋਜ ਕਰਕੇ ਸੂਖਸ਼ਮ ਲੋਕ ਵਿੱਚ ਵ੍ਰਿੱਧੀ ਕਰਨੀ ਚਾਹੀਦੀ ਹੈ, ਤਰੱਕੀ ਕਰਨੀ ਚਾਹੀਦੀ ਹੈ। ਆਤਮਿਕ ਉੱਨਤੀ ਲਈ ਮਦਦ ਦੇ ਅਨੇਕ ਮਾਰਗ ਹਨ, ਕੋਈ ਡਾਊਟ ਨਹੀਂ, ਲੇਕਿਨ ਸਿੱਖਣ ਲਈ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ। ਸੂਖਸ਼ਮ ਲੋਕ ਵਿੱਚ ਜਾਣਨ ਦੇ ਅਵਸਰ ਹਨ, ਇਸ ਲਈ ਇਸ ਵਿਸ਼ੇ ਨੂੰ ਜਾਣਨਾ ਸਮਝਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਸੀਂ ਸੂਖਸ਼ਮ ਲੋਕ ਦੇ ਗਿਆਨ ਦਾ ਪੂਰਾ ਫਾਇਦਾ ਨਹੀਂ ਉਠਾ ਪਾਵਾਂਗੇ। ਤਦ ਸੂਖਸ਼ਮ ਲੋਕ ਕੇਵਲ ਪ੍ਰਿਥਵੀ ਲੋਕ ਤੋਂ ਥੋੜ੍ਹਾ ਜ਼ਿਆਦਾ ਉੱਨਤ ਤੇ ਜ਼ਿਆਦਾ ਸੁੱਖ ਤੇ ਇੱਛਾਵਾਂ ਤੋਂ ਯੁਕਤ ਲੋਕ ਹੀ ਹੋਵੇਗਾ। ਇੱਕ ਹੋਰ ਵਿਸ਼ੇ ਨੂੰ ਸਾਫ਼ ਤੌਰ ਤੋਂ ਜਾਣਨ ਦੀ ਜ਼ਰੂਰਤ ਹੈ। ਸੂਖਸ਼ਮ ਲੋਕ ਹਨ, ਹਰ ਲੋਕ ਥੱਲੇ ਵਾਲੇ ਲੋਕ ਤੋਂ ਜ਼ਿਆਦਾ ਉੱਨਤ ਤਰੱਕੀ ਵਾਲਾ ਹੈਗਾ। ਇਸ ਲਈ ਪ੍ਰਿਥਵੀ ਲੋਕ ਨੂੰ ਛੱਡਣ ਦੇ ਬਾਅਦ ਤੁਸੀਂ ਕਿਹੜੇ ਲੋਕ ਵਿੱਚ ਜਾਵੋਗੇ ਇਹ ਤੁਹਾਡੇ ਗਿਆਨ ਵਿਗਿਆਨ 'ਤੇ ਡਿਪੈਂਡ ਕਰਦਾ ਹੈ। ਤੁਸੀਂ ਜਿੰਨੇ ਉੱਚੇ ਲੋਕ ਵਿੱਚ ਪ੍ਰਵੇਸ਼ ਕਰੋਗੇ ਉਨੇ ਹੀ ਗਿਆਨਵਾਨ ਹੋਵੋਗੇ। ਜਿੰਨਾ ਉੱਚਾ ਸੂਖਸ਼ਮ ਲੋਕ ਹੁੰਦਾ ਜਾਵੇਗਾ, ਇੱਛਾਵਾਂ ਦੀ ਕਮੀ ਹੁੰਦੀ ਜਾਵੇਗੀ। ਉੱਚ ਲੋਕ ਵਿੱਚ ਗਿਆਨ ਦੀ ਪਿਆਸ ਸ਼ੁਰੂ ਹੋਣ ਦੇ ਬਾਅਦ ਤੁਹਾਨੂੰ ਉੱਥੋਂ ਮਾਰਗਦਰਸ਼ਨ ਅਤੇ ਸਲਾਹ ਮਿਲਦੀ ਰਹੇਗੀ। ਉੱਥੋਂ ਦੀ ਉੱਨਤ ਆਤਮਾ ਨਵੀਂ ਆਉਣ ਵਾਲੀ ਆਤਮਾ ਨੂੰ ਸਹਾਇਕ ਹੋਣ ਵਾਸਤੇ ਇੰਤਜ਼ਾਰ ਕਰਦੀਆਂ ਹਨ। ਇਸ ਲਈ ਫੋਕਸ ਤੇ ਏਮ ਉੱਨਤ ਲੋਕ ਵਿੱਚ ਜਾਣ ਦਾ ਹੋਣਾ ਚਾਹੀਦਾ ਹੈ। ਇਸ ਲਈ
ਪ੍ਰਿਥਵੀ ਲੋਕ ਦੇ ਉੱਤੇ ਪ੍ਰਾਥਮਿਕ ਗਿਆਨ ਪ੍ਰਾਪਤ ਕਰਕੇ ਚੰਗੇ ਕਰਮ ਨੂੰ ਵਧਾਉਣਾ ਚਾਹੀਦਾ ਹੈ। ਇਹ ਕੇਵਲ ਪ੍ਰਿਥਵੀ ਲੋਕ 'ਤੇ ਹੀ ਰਹਿੰਦੇ ਹੋਏ ਪੋਸੀਬਲ ਹੈਗਾ। ਜੇ ਸਾਫ਼ ਤੌਰ 'ਤੇ ਕਿਹਾ ਜਾਵੇ ਤਾਂ ਪ੍ਰਿਥਵੀ ਲੋਕ ਵਿੱਚ ਹੀ ਗਿਆਨ ਅਭਿਆਸ ਤੇ ਉન્નਤੀ ਪਾਉਣ ਦਾ ਜ਼ਿਆਦਾ ਤੋਂ ਜ਼ਿਆਦਾ ਮੌਕਾ ਹੈਗਾ। ਸੂਖਸ਼ਮ ਲੋਕ ਤੋਂ ਜਾਣੀ ਗਈ ਗਿਆਨ ਸੰਪਦਾ ਪ੍ਰਿਥਵੀ 'ਤੇ ਜਨਮ ਲੈਣ ਤੋਂ ਪਹਿਲੇ ਹੀ ਮਿਟਾ ਦੀ ਜਾਂਦੀ ਹੈ। ਮਿਟਾ ਦੇਣ ਵਾਲੀ ਗੱਲ ਨੂੰ ਜਰਾ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਪ੍ਰਿਥਵੀ ਲੋਕ ਦੇ ਉੱਤੇ ਤੁਹਾਡੇ ਅੰਧ ਵਿਸ਼ਵਾਸ ਦੇ ਕਾਰਨ, ਇੱਛਾਵਾਂ ਦੇ ਕਾਰਨ, ਤੁਹਾਡੇ ਧਿਆਨ ਦੇ ਕੁੰਠਿਤ ਵਿਧਾਨਾਂ ਦੀ ਵਜ੍ਹਾ ਤੋਂ ਸੂਖਸ਼ਮ ਲੋਕ ਵਿੱਚ ਇਕੱਠੇ ਕੀਤੇ ਗਿਆਨ ਤੇ ਅਨੁਭਵ ਨੂੰ ਯਾਦ ਨਹੀਂ ਰੱਖ ਪਾਉਂਦੇ। ਜਦ ਤੁਸੀਂ ਆਪਣੇ ਨਿਜ ਸਰੂਪ ਨੂੰ ਜਾਣਨ ਦੀ ਇੱਛਾ ਕਰੋਗੇ, ਇਮਾਨਦਾਰੀ ਤੇ ਸੱਚਾਈ ਨਾਲ ਉਸ ਲਈ ਮਿਹਨਤ ਕਰੋਗੇ, ਤਦ ਸੂਖਸ਼ਮ ਲੋਕ ਵਿੱਚ ਇਕੱਠਾ ਕੀਤਾ ਗਿਆਨ ਅਨੁਭਵ ਸਭ ਯਾਦ ਵਿੱਚ ਆ ਕੇ ਸਥਿਤੀ ਦੇ ਅਨੁਸਾਰ ਅੱਗੇ ਵਧਣ ਵਿੱਚ ਸਹਾਇਕ ਹੁੰਦਾ ਹੈ ਤੇ ਮਾਰਗਦਰਸ਼ਨ ਮਿਲਦਾ ਹੈ। ਇਸ ਲਈ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡੀ ਪ੍ਰਗਤੀ ਤੇ ਆਤਮਾ ਦੀ ਤਰੱਕੀ ਪ੍ਰਿਥਵੀ ਲੋਕ ਵਿੱਚ ਸ਼ੁਰੂ ਹੋ ਕੇ ਉੱਨਤ ਸੂਖਸ਼ਮ ਲੋਕਾਂ ਵਿੱਚ ਔਰ ਜ਼ਿਆਦਾ ਉੱਨਤ ਹੁੰਦੀ ਹੈ। ਦੋਸਤੋ, ਅੱਜ ਲਈ ਇੰਨਾ ਹੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਹਾਸਲ ਕਰਾਂਗੇ। ਧੰਨਵਾਦ, ਸ਼ੁਕਰੀਆ।